ਕਮੀਆਂ ਕੀ ਮੰਨਦੇ ਹੋ ਵੀ ਜਿਹੜੀਆਂ ਪਿੰਡ ਦੇ ਵਿੱਚ ਅਜੇ ਵੀ ਤੁਸੀਂ ਉਡੀਕ ਕਰ ਰਹੇ ਹੋ, ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਜਾਂ ਨਹੀਂ ਮਿਲ ਰਹੀਆਂ? ਪਿੰਡ ਦੇ ਵਿੱਚ ਇਹੀ ਕਿ ਇੰਡਸਟਰੀ ਘੱਟ ਹੋਣ ਕਰਕੇ ਰੋਜ਼ਗਾਰ ਘੱਟ ਹੈਗਾ, ਬੱਚੇ ਵਿਹਲੇ ਤੁਰੇ ਫਿਰਦੇ ਨੇ, ਕੋਈ ਜੌਬ ਨਹੀਂ ਹੈਗੀ। ਇਹ ਚੀਜ਼ਾਂ ਦੀਆਂ ਕਮੀਆਂ ਹੈਗੀਆਂ ਨੇ ਪਿੰਡ ਵਿੱਚ। ਤੇ ਇਹ ਕੰਡੀਸ਼ਨ ਮਨਦੀਪ ਕੌਰ ਜੀ ਨੇ ਕੀ ਲਾਈ ਸੀਗੀ ਵੀ ਪਹਿਲਾਂ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਇੱਕ ਸੁਪਨਾ ਸੀ ਕਿ ਮੈਂ ਆਪਣੇ ਪਿੰਡ ਦੇ ਵਿੱਚ ਹੀ ਕੰਪਨੀ ਜਿਹੜੀ ਆ ਰਨ ਕਰਾਂ। ਇੱਕ ਵਧੀਆ ਫੈਸਿਲਿਟੀ ਮਿਲਦੀ ਹੈ, ਇੱਕ ਬਹੁਤ ਹੀ ਵਧੀਆ এনवायरमेंट ਮਿਲਿਆ ਵਾ ਕਿ ਜਿੱਥੇ ਕਰਨ 'ਚ ਵਧੀਆ ਲੱਗਦਾ। ਕੋਈ ਇਤਿਹਾਸ ਰਿਹਾ ਹੋਵੇ ਪਿੰਡ ਦਾ ਜਾਂ ਪਹਿਲਾਂ ਕੋਈ ਮਸ਼ਹੂਰ ਰਿਹਾ ਹੋਵੇ ਉਹ ਵੀ ਦੱਸੋ। ਟਾਂਗਰਾ ਬਹੁਤ ਫੇਮਸ ਹੋ ਰਿਹਾ ਕਿਉਂਕਿ ਮਨਦੀਪ ਕੌਰ ਟਾਂਗਰਾ ਇੱਕ ਨਾਲ ਪਿੰਡ ਦਾ ਨਾਮ ਜੁੜ ਗਿਆ ਹੋਇਆ ਉਹਨਾਂ ਦੇ, ਤੇ ਗਲੋਬਲੀ ਉਹ ਵਰਲਡ ਵਾਈਡ ਸਾਰਿਆਂ ਨੂੰ ਪਤਾ ਲੱਗ ਰਿਹਾ ਕਿ ਟਾਂਗਰਾ ਹੈਗਾ ਇੱਕ। ਇਹਦੇ ਇਲਾਵਾ ਕੋਈ ਹੋਰ ਵੀ ਸਕੂਲ ਹੈਗਾ ਤੇ ਇਹ ਕਿਸ ਤਰ੍ਹਾਂ ਦੇ ਨਾਲ ਚੱਲ ਰਹੇ ਨੇ? ਸਕੂਲ ਇਦਾਂ ਦਾ ਕੋਈ ਟਾਂਗਰੇ ਵਿੱਚ ਸਕੂਲ ਨਹੀਂ ਹੈਗਾ। ਮੈਂ ਵੀ ਜੰਡਿਆਲਾ ਗੁਰੂ ਕਨਵੈਂਟ ਸਕੂਲ ਹੀ ਪੜ੍ਹੇ ਹੋਏ ਨੇ। ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅਸੀਂ ਅੱਜ ਪਹੁੰਚੇ ਹਾਂ ਟਾਂਗਰਾ ਪਿੰਡ। ਟਾਂਗਰਾ ਪਿੰਡ ਇਸ ਲਈ ਵੀ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਹੈ, ਪਿਛਲੇ ਕਾਫੀ ਸਮੇਂ ਤੋਂ ਵੀ ਕਹਿ ਸਕਦੇ ਹਾਂ। ਮਨਦੀਪ ਕੌਰ ਟਾਂਗਰਾ ਪੰਜਾਬ ਦੀ ਇੱਕ ਮੁਟਿਆਰ ਜਿਸ ਨੇ ਇੱਕ ਵੱਖਰਾ ਐਗਜ਼ਾਮਪਲ ਸੈੱਟ ਕੀਤਾ। ਆਪਣੇ ਪਿੰਡ ਦੇ ਵਿੱਚ ਆਈਟੀ ਕੰਪਨੀ ਖੋਲ੍ਹੀ ਜਿੱਥੇ ਇਸ ਵੇਲੇ ਉਹ 120 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਨੇ। ਉਹਨਾਂ ਦਾ ਸੁਪਨਾ ਹੈ ਜਿਹੜਾ ਵੱਧ ਤੋਂ ਵੱਧ ਲੋਕਾਂ ਨੂੰ ਪਿੰਡ ਦੇ ਵਿੱਚ ਰਹਿੰਦਿਆਂ ਨੂੰ ਵਾਈਟ ਕਾਲਰ ਜੌਬਸ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਨਾ। ਤੇ ਇਸ ਪਿੰਡ ਬਾਰੇ ਗੱਲ ਕਰਾਂਗੇ। ਪਿੰਡ ਕਿੱਥੇ ਜੇ ਹੈ ਤੇ ਪਿੰਡ 'ਚ ਕੀ ਖਾਸ ਹੈ ਤੇ ਹੁਣ ਤੱਕ ਪਿੰਡ ਦਾ ਨਾਮ ਸੀ ਜਾਂ ਨਹੀਂ, ਹੁਣੀ ਕਿਉਂ ਨਾਮ ਹੋਇਆ। ਪਿੰਡ ਦੇ ਸੱਜਣ ਇੱਕ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ। ਜੋਬਨਜੀਤ ਸਿੰਘ ਜਿਹੜੇ ਮਨਦੀਪ ਕੌਰ ਟਾਂਗਰਾ ਦੀ ਜਿਹੜੀ ਕੰਪਨੀ ਵੀ ਹੈ ਸਿੰਬਾ ਕੁਆਰਟਸ ਉਹਦੇ ਵਿੱਚ ਵੀ ਕੰਮ ਕਰਦੇ ਨੇ। ਜੋਬਨ ਜੀ, ਤੁਹਾਡੇ ਪਿੰਡ ਅਸੀਂ ਅੱਜ ਆਏ ਹਾਂ। ਪਹਿਲਾਂ ਤਾਂ ਪਿੰਡ ਬਾਰੇ ਦੱਸੋ, ਜੀਓਗ੍ਰਾਫਿਕ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਜੀ, ਕਿੱਥੇ ਜੇ ਪੈ ਜਾਂਦਾ ਪਿੰਡ? ਇਹ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਆ। ਅੰਮ੍ਰਿਤਸਰ ਤੋਂ 25 ਕਿਲੋਮੀਟਰ ਪਹਿਲਾਂ ਆਉਂਦਾ ਤੇ ਬਿਆਸ ਤੋਂ 15 ਕਿਲੋਮੀਟਰ ਬਾਅਦ ਵਿੱਚ ਆਉਂਦਾ। ਹਾਂਜੀ, ਤੇਰੇ ਦੇ ਕੋਲ ਹੈਗਾ ਹੈ। ਹਾਂਜੀ, ਤੇ ਪਿੰਡ ਤੁਹਾਡਾ ਜੀਟੀ ਰੋਡ ਦੇ ਉੱਤੇ ਆ, ਸੋ ਇੱਕ ਤਾਂ ਇਹ ਫਾਇਦਾ ਹੋਣਾ। ਇਹਦਾ ਕਰਕੇ ਇੱਥੇ ਸੁਵਿਧਾਵਾਂ ਕਿਹੜੀਆਂ ਨੇ ਤੇ ਕਮੀਆਂ ਕੀ ਮੰਨਦੇ ਹੋ ਵੀ ਜਿਹੜੀਆਂ ਪਿੰਡ ਦੇ ਵਿੱਚ ਅਜੇ ਵੀ ਤੁਸੀਂ ਉਡੀਕ ਕਰ ਰਹੇ ਹੋ, ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਜਾਂ ਨਹੀਂ ਮਿਲ ਰਹੀਆਂ? ਪਿੰਡ ਦੇ ਵਿੱਚ ਇਹੀ ਕਿ ਇੰਡਸਟਰੀ ਘੱਟ ਹੋਣ ਕਰਕੇ ਰੋਜ਼ਗਾਰ ਘੱਟ ਹੈਗਾ, ਬੱਚੇ ਵਿਹਲੇ ਤੁਰੇ ਫਿਰਦੇ ਨੇ, ਕੋਈ ਜੌਬ ਨਹੀਂ ਹੈਗੀ। ਇਹ ਚੀਜ਼ਾਂ ਦੀਆਂ ਕਮੀਆਂ ਹੈਗੀਆਂ ਨੇ ਪਿੰਡ ਵਿੱਚ। ਬਟ ਹੁਣ ਜਿਵੇਂ ਇੱਥੇ ਆਈਟੀ ਕੰਪਨੀ ਖੁੱਲ੍ਹ ਗਈ ਆ, ਕਾਫੀ ਇੰਪਲੋਇਮੈਂਟ ਜਨਰੇਟ ਹੋਈ ਇੱਥੇ, ਕਾਫੀ ਬੱਚਿਆਂ ਨੂੰ ਰੋਜ਼ਗਾਰ ਮਿਲਿਆ, ਇੰਪਲੋਇਮੈਂਟ ਮਿਲੀ ਆ, ਤੇ ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈਗੀਆਂ। ਤੁਸੀਂ ਖੁਦ ਇਸ ਪਿੰਡ ਦੇ ਸੀਗੇ ਤੇ ਤੁਹਾਨੂੰ ਮੌਕਾ ਮਿਲਿਆ, ਕੰਮ ਕਰ ਰਹੇ ਹੋ ਤੁਸੀਂ ਸਿੰਬਾ ਕੁਆਰਟਸ ਦੇ ਵਿੱਚ। ਤੇ ਇਹ ਕੰਡੀਸ਼ਨ ਮਨਦੀਪ ਕੌਰ ਜੀ ਨੇ ਕੀ ਲਾਈ ਸੀਗੀ ਵੀ ਪਹਿਲਾਂ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਇੱਕ ਸੁਪਨਾ ਸੀ ਕਿ ਮੈਂ ਆਪਣੇ ਪਿੰਡ ਦੇ ਵਿੱਚ ਹੀ ਕੰਪਨੀ ਜਿਹੜੀ ਆ ਰਨ ਕਰਾਂ। ਫਿਰ ਕੋਈ ਪਿੰਡ ਦਿਆਂ ਦੇ ਲਈ ਕੋਈ ਸ਼ਰਤ ਸੀਗੀ ਵੀ ਇੰਨੇ ਇੱਕ ਤਾਂ ਮੈਂ ਘੱਟੋ ਘੱਟ ਲੋਕ ਜਿਹੜੇ ਨੇ ਆਪਦੇ ਪਿੰਡ ਦੇ ਹੀ ਲੈਣੇ, ਉਹਨਾਂ ਨੂੰ ਰੁਜ਼ਗਾਰ ਦੇਣਾ? ਦੇਖੋ, ਮੈਂ ਲਾਸਟ 6-7 ਸਾਲ ਤੋਂ ਮੈਮ ਦੇ ਨਾਲ ਹੀ ਹਾਂ। ਪਹਿਲਾਂ ਮੇਰੇ ਬਾਹਰ ਜਾਣ ਦਾ ਪਲਾਨ ਸੀ ਕਿ ਮੈਂ ਬਾਹਰ ਚਲੇ ਜਾਣਾ, ਕਿਉਂਕਿ ਕੋਈ ਇੰਡਸਟਰੀ ਨਾ ਹੋਣ ਕਰਕੇ ਰੋਜ਼ਗਾਰ ਨਹੀਂ ਸੀ, ਇੰਪਲੋਇਮੈਂਟ ਨਹੀਂ। ਬਟ ਹੁਣ ਲਾਸਟ 5-6 ਈਅਰ ਤੋਂ ਇੱਥੇ ਹੀ ਹਾਂ। ਹੁਣ ਮੇਰਾ ਆਈਡੀਆ ਚੇਂਜ ਹੋ ਗਿਆ ਕਿ ਹੁਣ ਮੈਂ ਬਾਹਰ ਨਹੀਂ ਜਾਣਾ, ਕਿਉਂਕਿ ਇੱਥੇ ਹੀ ਮੈਨੂੰ ਸਭ ਕੁਝ ਵਧੀਆ ਅਰਨ ਕਰਦਾ ਪਿਆ, ਸਭ ਕੁਝ ਵਧੀਆ ਮਿਲ ਰਿਹਾ, ਇੱਕ ਵਧੀਆ ਫੈਸਿਲਿਟੀ ਮਿਲ ਰਹੀ ਹੈ, ਇੱਕ ਬਹੁਤ ਹੀ ਵਧੀਆ এনवायरमेंट ਮਿਲਿਆ ਵਾ ਕਿ ਜਿੱਥੇ ਕਰਨ 'ਚ ਵਧੀਆ ਲੱਗਦਾ ਵਾ। ਅੱਛਾ, ਪਿੰਡ ਬਾਰੇ ਦੱਸੋ ਜੀ। ਪਿੰਡ ਤੁਹਾਡਾ ਕਿੱਡਾ ਕੁ ਵੱਡਾ ਹੈ ਆਸੇ-ਪਾਸੇ ਦੇ ਪਿੰਡਾਂ ਦੇ ਨਾਲ ਜੇ ਆਪਾਂ ਕੰਪੇਅਰ ਕਰੀਏ? ਤੇ ਕੋਈ ਇਤਿਹਾਸ ਰਿਹਾ ਹੋਵੇ ਪਿੰਡ ਦਾ ਜਾਂ ਪਹਿਲਾਂ ਕੋਈ ਮਸ਼ਹੂਰ ਰਿਹਾ ਹੋਵੇ ਉਹ ਵੀ ਦੱਸੋ। ਪਿੰਡ ਸਾਡਾ ਤੁਸੀਂ ਮੰਨ ਕੇ ਚੱਲੋ ਕਿ ਇੱਥੇ 2200 ਵੋਟ ਹੋਊਗੀ, ਜ਼ਿਆਦਾ ਵੱਡਾ ਪਿੰਡ ਨਹੀਂ ਹੈਗਾ। ਬਟ ਇਤਿਹਾਸ ਹੈ ਸੱਚ ਹਾਲੇ ਤੱਕ ਤਾਂ ਕੋਈ ਨਹੀਂ ਹੈ। ਬਟ ਹੁਣ ਲਾਸਟ ਜਿਵੇਂ 5-7 ਸਾਲ ਤੋਂ ਹੁਣ ਨਾਮ ਰੋਸ਼ਨ ਹੋ ਰਿਹਾ ਵਾ ਮਨਦੀਪ ਕੌਰ ਟਾਂਗਰਾ ਦਾ। ਉਹਨਾਂ ਦੇ ਨਾਂ ਦੇ ਪਿੱਛੇ ਟਾਂਗਰਾ ਲੱਗਣ ਕਰਕੇ ਵੀ ਇੱਕ ਨਾ ਗਲੋਬਲੀ ਟਾਂਗਰਾ ਬਹੁਤ ਫੇਮਸ ਹੋ ਰਿਹਾ, ਕਿਉਂਕਿ ਮਨਦੀਪ ਕੌਰ ਟਾਂਗਰਾ ਇੱਕ ਨਾਲ ਪਿੰਡ ਦਾ ਨਾਮ ਜੁੜ ਗਿਆ ਹੋਇਆ ਉਹਨਾਂ ਦੇ, ਤੇ ਗਲੋਬਲੀ ਉਹ ਵਰਲਡ ਵਾਈਡ ਸਾਰਿਆਂ ਨੂੰ ਪਤਾ ਲੱਗ ਰਿਹਾ ਕਿ ਟਾਂਗਰਾ ਹੈਗਾ ਇੱਕ ਅੰਮ੍ਰਿਤਸਰ ਦੇ ਕੋਲੇ ਇੱਕ ਟਾਂਗਰਾ, ਜਿੱਥੇ ਇੱਕ ਆਈਟੀ ਕੰਪਨੀ ਆਈਟੀ ਵੈਂਚਰ ਹੈਗਾ। ਅੱਛਾ, ਇਸ ਤੋਂ ਪਹਿਲਾਂ ਕੋਈ ਪਿੰਡ ਦਾ ਕੋਈ ਸੱਜਣ ਜੀ ਨੇ ਬਹੁਤ ਨਾਮ ਕਮਾਇਆ ਹੋਵੇ, ਕੋਈ ਪ੍ਰੋਮੀਨੈਂਟ ਪਰਸਨੈਲਿਟੀਜ਼ ਵਿੱਚੋਂ ਹੋਵੇ, ਕੋਈ ਹੈ ਕੋਈ ਇਸ ਤਰ੍ਹਾਂ? ਐਸ ਸੱਚ ਕੋਈ ਇੱਦਾਂ ਦਾ ਹਲੇ ਤੱਕ ਤਾਂ ਕੋਈ ਟਾਂਗਰੇ 'ਚ ਹੈ ਨਹੀਂ। ਇਹ ਪਹਿਲੇ ਹੀ ਆ ਮਨਦੀਪ ਕੌਰ ਟਾਂਗਰਾ ਜਿਨ੍ਹਾਂ ਨੇ ਇੰਨਾ ਫੇਮ, ਇੰਨਾ ਨਾਮ ਕਮਾ ਲਿਆ ਹੋਇਆ ਟਾਂਗਰੇ ਦਾ। ਅੱਛਾ, ਜਿਹੜਾ ਇਹਨਾਂ ਦਾ ਸੁਪਨਾ ਹੈ ਵੀ ਉਹ ਕਹਿੰਦੇ ਨੇ ਵੀ ਬਾਹਰ ਜਾਣ ਨੂੰ ਉਹ ਵੀ ਜਾ ਸਕਦੇ ਸੀਗੇ, ਪਰ ਜਿਹਦੇ ਕੋਲੇ ਪੰਜਾਬ ਦੀ ਪੀਆਰ ਹੋਵੇ ਉਹਨੂੰ ਕਿਸੇ ਹੋਰ ਮੁਲਕ ਦੀ ਪੀਆਰ ਨਹੀਂ ਚਾਹੀਦੀ, ਲੋੜ ਨਹੀਂ ਗੀ। ਪੰਜਾਬ ਦੀ ਪੀਆਰ ਬਹੁਤ ਵੱਡੀ ਗੱਲ ਹੈ। ਪੂਰੇ ਪੰਜਾਬ ਦੇ ਵਿੱਚ ਹੀ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦਾ ਕਰੇਜ਼ ਹੈ। ਤੁਹਾਡੇ ਵਾਲੇ ਪਾਸੇ, ਮਾਝੇ ਵਾਲੇ ਪਾਸੇ ਵੇਖੀਏ, ਦੁਆਬੇ ਵਾਲੇ ਪਾਸੇ ਵੇਖੀਏ ਤਾਂ ਬਹੁਤ ਹੀ ਜ਼ਿਆਦਾ।
ਤੇ ਹੁਣ ਜਿਵੇਂ ਤੁਸੀਂ ਆਪਣਾ ਦੱਸ ਰਹੇ ਸੀ, ਤੁਹਾਡਾ ਆਈਡੀਆ ਚੇਂਜ ਹੋ ਗਿਆ, ਬਾਹਰ ਜਾਣ ਨੂੰ ਤੁਸੀਂ ਵੀ ਫਿਰਦੇ ਸੀਗੇ, ਤੇ ਕੀ ਲੱਗਦਾ ਹੈ ਵੀ ਆਲੇ ਦੁਆਲੇ ਦੇ ਜਿਹੜੇ ਏਰੀਆਜ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਵੀ ਸ਼ਾਇਦ ਠੱਲ ਪਊ, ਕਿਉਂਕਿ ਇਹ ਬੜਾ ਵਰਿੰਗ ਹੈ ਲਗਾਤਾਰ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ? ਬਿਲਕੁਲ ਸਰ, ਦੇਖੋ ਮੇਰਾ ਜੇ ਮਾਈਂਡ ਚੇਂਜ ਹੋ ਸਕਦਾ ਵਾ ਤੇ ਇਦਾਂ ਦੀ ਹੋਰ ਕੰਪਨੀਆਂ ਖੁੱਲਣਗੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ, ਸਾਰਿਆਂ ਦਾ ਮਾਈਂਡ ਚੇਂਜ ਹੋਊਗਾ। ਜਦੋਂ ਸਾਰੀਆਂ ਫੈਸਿਲਿਟੀਜ਼ ਆਪਾਂ ਨੂੰ ਇੱਥੇ ਘਰ ਬੈਠੇ ਮਿਲ ਰਹੀਆਂ ਤੇ ਆਪਾਂ ਕਿਉਂ ਬਾਹਰ ਦਾ ਸੋਚਾਂਗੇ? ਬਾਹਰ ਤੇ ਆਪਾਂ ਤਾਂ ਹੀ ਜਾਂਦੇ ਹਾਂ ਨਾ ਕਿ ਸਾਨੂੰ ਫੈਸਿਲਿਟੀਜ਼ ਨਹੀਂ ਮਿਲਦੀਆਂ, ਉੱਦਾਂ ਦਾ এনवायरमेंट ਨਹੀਂ ਮਿਲਦਾ, ਉੱਦਾਂ ਦਾ ਲਾਈਫ ਸਟਾਈਲ ਨਹੀਂ ਮਿਲਦਾ। ਜਦੋਂ ਤੁਹਾਡਾ ਲਾਈਫ ਸਟਾਈਲ ਇੱਥੇ ਇਦਾਂ ਦਾ ਹੋ ਜਾਏਗਾ, ਤੁਸੀਂ ਉਹਨਾਂ ਵਧੀਆ ਇੱਥੇ ਹੀ ਅਰਨ ਕਰਨ ਲੱਗ ਪਓਗੇ ਤੇ ਤੁਸੀਂ ਬਾਹਰ ਦਾ ਓਬਵੀਅਸ ਨਹੀਂ ਸੋਚੋਗੇ। ਅੱਛਾ, ਹੈਲਥ ਐਂਡ ਐਜੂਕੇਸ਼ਨ ਦੀ ਆਪਾਂ ਗੱਲ ਕੀਤੀ ਜਾਵੇ ਤਾਂ ਇਹ ਦੋਵੇਂ ਫੈਸਿਲਿਟੀਜ਼ ਪਿੰਡ ਦੇ ਵਿੱਚ ਕਿੰਨੀਆਂ ਕੁ ਨੇ, ਕਦੋਂ ਕੁ ਤੋਂ ਨੇ? ਆਪਾਂ ਇਸ ਵੇਲੇ ਸਰਕਾਰੀ ਹਾਈ ਸਕੂਲ ਖੜੇ ਆ, ਇਹਦੇ ਇਲਾਵਾ ਕੋਈ ਹੋਰ ਵੀ ਸਕੂਲ ਹੈਗਾ ਤੇ ਇਹ ਕਿਸ ਤਰ੍ਹਾਂ ਦੇ ਨਾਲ ਚੱਲ ਰਹੇ ਨੇ? ਇਹ ਦੇਖੋ, ਇੱਕ ਸਕੂਲ ਇਹ ਵਾ ਤੇ ਇੱਕ ਪਿੰਡ ਦੇ ਵਿੱਚ ਸਕੂਲ ਹੈਗਾ ਜਿਹੜਾ ਛੋਟੇ ਬੱਚਿਆਂ ਦਾ ਸਕੂਲ ਆ। ਦੋ ਹੀ ਸਕੂਲ ਹੈਗੇ ਨੇ ਟਾਂਗਰਾ ਦੇ ਵਿੱਚ, ਇਹ ਵੀ 8ਵੀਂ ਤੱਕ ਹੀ ਸਕੂਲ ਹੈਗਾ ਵਾ ਤੇ ਇੱਥੇ ਮਤਲਬ ਇਹੀ ਗਰਾਊਂਡ ਹੈਗੀ ਹੈ ਇੱਕ, ਇਸ ਤੋਂ ਇਲਾਵਾ ਹੋਰ ਕੋਈ ਟਾਂਗਰੇ 'ਚ ਸਕੂਲ ਨਹੀਂ ਹੈਗਾ। ਹਾਂਜੀ, ਮਤਲਬ ਉਸ ਪੱਧਰ ਦਾ ਸਕੂਲ ਜਿਹੜਾ ਹੋਣਾ ਚਾਹੀਦਾ ਸੀ ਉਹ ਹੈ ਨਹੀਂ, ਕਿਉਂਕਿ ਜਿਵੇਂ ਮਨਦੀਪ ਕੌਰ ਦੱਸ ਰਹੇ ਸੀ ਉਹ ਵੀ ਜੰਡਿਆਲਾ ਗੁਰੂ ਤੋਂ ਪੜ੍ਹੇ ਨੇ। ਹਾਂਜੀ ਬਿਲਕੁਲ, ਇਦਾਂ ਦਾ ਕੋਈ ਟਾਂਗਰੇ ਵਿੱਚ ਸਕੂਲ ਨਹੀਂ ਹੈਗਾ। ਮੈਮ ਵੀ ਜੰਡਿਆਲਾ ਗੁਰੂ ਕਨਵੈਂਟ ਸਕੂਲ ਹੀ ਪੜ੍ਹੇ ਹੋਏ ਨੇ। ਇੱਥੇ ਟਾਂਗਰੇ ਵਿੱਚ ਇਦਾਂ ਦਾ ਕੋਈ ਨਹੀਂ, ਦੋ ਸਰਕਾਰੀ ਸਕੂਲ ਹੀ ਹੈਗੇ ਨੇ ਬਸ। ਸਿਹਤ ਸੇਵਾਵਾਂ ਕਿਵੇਂ ਦੀਆਂ ਨੇ ਜੀ? ਕੋਈ ਡਿਸਪੈਂਸਰੀ ਹੋਵੇ ਜਾਂ ਕੋਈ ਹੋਰ? ਡਿਸਪੈਂਸਰੀ ਵੀ ਹੈਗੀ ਟਾਂਗਰੇ ਦੇ ਵਿੱਚ, ਇੱਕ ਡਿਸਪੈਂਸਰੀ ਹੈਗੀ ਹੈ ਬਟ ਉਹ ਹਾਈ ਲੈਵਲ ਤੱਕ ਨਹੀਂ ਹੈਗੀ। ਮਤਲਬ ਤੁਸੀਂ ਕਹ ਲਓ ਕਿ ਲਿਮਟਿਡ ਹੀ ਹੈਗਾ ਵਾ, ਕਿ ਛੋਟਾ ਜਿਹਾ ਡਿਸਪੈਂਸਰੀ ਪਿੰਡ ਦੇ ਵਿਚਾਲੇ ਹੈਗਾ ਇੱਕ। ਹਾਂਜੀ, ਕੋਈ ਹੋਰ ਮੰਗ ਹੋਵੇ ਇਸ ਪਿੰਡ ਦੇ ਵਾਸੀਆਂ ਦੀ ਜਿਹੜੀ ਚਿਰਾਂ ਤੋਂ ਚੱਲੀ ਆ ਰਹੀ ਹੋਵੇ, ਤੁਹਾਨੂੰ ਧਿਆਨ ਹੋਣਾ? ਪਿੰਡ ਦੀ ਤੇ ਇਹੀ ਕਿ ਦੇਖੋ ਵੱਧ ਤੋਂ ਵੱਧ ਇੰਪਲੋਇਮੈਂਟ ਜਨਰੇਟ ਹੋਵੇ, ਕੁਛ ਇਦਾਂ ਦਾ ਇੱਥੇ ਇੰਡਸਟਰੀ ਹੋਵੇ ਜਾਂ ਕੁਛ ਇਦਾਂ ਦੀ ਕੋਈ ਕੰਪਨੀ ਖੁੱਲ੍ਹੇ ਕਿ ਸਾਰਿਆਂ ਨੂੰ ਇੰਪਲੋਇਮੈਂਟ ਜਨਰੇਟ ਹੋ ਜੇ ਤੇ ਸਾਰੇ ਮਤਲਬ ਬਾਹਰ ਜਾਣ ਦਾ ਨਾ ਸੋਚਣ। ਇਹ ਚੀਜ਼ਾਂ ਦੀ ਰਿਕੁਆਇਰਮੈਂਟ ਹੈਗੀ ਇਹਦੇ ਵਿੱਚ। ਹਾਂਜੀ, ਤੁਸੀਂ ਬਤੌਰ ਨੌਜਵਾਨ ਆਪਣੇ ਪਿੰਡ ਦੇ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋ? ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਦੇਖੋ ਇਦਾਂ ਦੀ ਜੇ ਆਪਾਂ ਨੂੰ ਓਪਰਚੁਨਿਟੀ ਮਿਲਦੀ ਹੈ ਉਹਨੂੰ ਗ੍ਰੈਬ ਕਰਕੇ ਸਿੱਖੋ, ਵੱਧ ਤੋਂ ਵੱਧ ਲਰਨ ਕਰੋ। ਜਿੰਨਾ ਤੁਸੀਂ ਲਰਨ ਕਰੋਗੇ ਬਾਅਦ ਵਿੱਚ ਉਹਨਾਂ ਵਧੀਆ ਅਰਨ ਕਰੋਗੇ, ਕਿਉਂਕਿ ਲਰਨਿੰਗ ਬਹੁਤ ਜ਼ਿਆਦਾ ਜ਼ਰੂਰੀ। ਮੈਂ ਸਾਰਿਆਂ ਨੂੰ ਕਹਿੰਦਾ ਕਿ ਆਪਣੀ ਲਰਨਿੰਗ ਨਹੀਂ ਛੱਡਣੀ ਚਾਹੀਦੀ, ਆਪਣਾ ਅਪ ਟੂ ਡੇਟ ਰਹਿਣਾ ਚਾਹੀਦਾ। ਸਿੱਖੋ ਤੇ ਦੈਨ ਵਧੀਆ ਕੰਮ ਕਰੋ ਕਿ ਵਧੀਆ ਤੁਸੀਂ ਅਰਨ ਕਰ ਸਕੋ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਸੋ ਜੋਬਨਜੀਤ ਨਾਲ ਗੱਲ ਕਰ ਰਹੇ ਸੀ, ਟਾਂਗਰਾ ਪਿੰਡ ਦੇ ਵਾਸੀ ਵੀ ਨੇ, ਸਿੰਬਾ ਕੁਆਰਟਸ ਦੇ ਵਿੱਚ EMPLOYE ਵੀ ਨੇ। ਚਾਨਣਾ ਪਾਇਆ ਜਿਹੜਾ ਟਾਂਗਰਾ ਪਿੰਡ ਹੈ ਉਹ ਉਹਦੀ ਜ਼ਮੀਨੀ ਪੱਧਰ ਤੇ ਦੱਸਿਆ ਵੀ ਕਿਸ ਤਰੀਕੇ ਦਾ ਪਿੰਡ ਹੈ, ਸਹੂਲਤਾਂ ਕਿੰਨੀਆਂ ਕੁ ਨੇ, ਤੇ ਬਹੁਤ ਸਾਰੀਆਂ ਅਜੇ ਵੀ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੀ ਉਡੀਕ 'ਚ ਨੇ ਪਿੰਡ ਦੇ ਲੋਕ, ਆਲੇ ਦੁਆਲੇ ਦੇ ਹੋਰ ਪਿੰਡਾਂ ਦੇ ਲੋਕ ਵੀ। ਉਹਨਾਂ ਵਿੱਚ ਸਭ ਤੋਂ ਵੱਡਾ ਜਿਹੜਾ ਮਸਲਾ ਹੈ, ਇਸ਼ੂ ਹੈ, ਉਹ EMPLOYMENT ਦਾ ਹੈ, ਕਿਉਂਕਿ ਅਜੇ ਵੀ ਅਨਇੰਪਲੋਇਮੈਂਟ ਦੇ ਚੱਲਦੇ ਜਿਹੜਾ ਇਸ ਵੱਡੇ ਪੱਧਰ ਤੇ ਲੋਕੀ ਬਾਹਰ ਨੂੰ ਜਾ ਰਹੇ ਨੇ, ਤੇ ਉਹ ਜੇ ਇੱਥੇ ਹੀ EMPLOYMENT ਮਿਲਣੀ ਸ਼ੁਰੂ ਹੋ ਜੇ ਤਾਂ ਸ਼ਾਇਦ ਇੰਨੇ ਨੌਜਵਾਨ ਬਾਹਰ ਨੂੰ ਨਾ ਜਾਣ। ਸੋ ਇਸ ਪਿੰਡ ਦੀ ਜਿਹੜੀ ਹੈ ਆਪਣੇ ਆਪ 'ਚ ਬੜੀ ਹੁਣ ਇੰਪੋਰਟੈਂਸ ਹੈਗੀ ਹੈ। ਇਸ ਪਿੰਡ ਦੇ ਵਿੱਚ ਇੱਕ IT ਕੰਪਨੀ ਸ਼ੁਰੂ ਹੋ ਚੁੱਕੀ ਹੈ। IT ਹੱਬ ਪੰਜਾਬ 'ਚ ਗੱਲ ਕੀਤੀ ਜਾਵੇ ਤਾਂ ਇਹ ਮੰਨਿਆ ਜਾਂਦਾ ਸੀ ਕਿ ਸਿਰਫ ਮੋਹਾਲੀ 'ਚ IT ਹੱਬ ਹੈ, ਮੋਹਾਲੀ ਤੱਕ ਹੀ ਸੀਮਿਤ ਹੈ ਜਿਹੜੀਆਂ IT ਕੰਪਨੀਜ਼ ਨੇ। ਪੂਰੇ ਦੇਸ਼ ਦੀ ਗੱਲ ਕਰਦੇ ਹਾਂ ਤਾਂ ਬੰਗਲੌਰ, ਹੈਦਰਾਬਾਦ ਇਸ ਤਰ੍ਹਾਂ ਦੇ ਸ਼ਹਿਰ ਨੇ ਜਿਨ੍ਹਾਂ ਨੂੰ ਸਿਲੀਕਨ ਵੈਲੀ ਆਫ ਇੰਡੀਆ ਕਿਹਾ ਜਾਂਦਾ, ਪਰ ਉੱਥੋਂ ਚੱਲਦਾ ਇੱਕ ਇਸ ਪਿੰਡ ਦੇ ਵਿੱਚ IT ਕੰਪਨੀ ਬਣ ਜਾਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਦੇ ਲੋਕਾਂ ਨੂੰ ਉਮੀਦ ਹੈ ਕਿ ਹੋਰ ਜੇ ਗਰੋਥ ਹੋਏਗੀ ਆਸੇ-ਪਾਸੇ ਹੋਰ ਵੀ IT ਕੰਪਨੀਜ਼ ਦੀ, ਤਾਂ ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਦੀ ਵੀ ਜਿਹੜੀ ਗਰੋਥ ਹੈ, ਜਿਹੜੀ ਰੁਕੀ ਹੋਈ ਹੈ, ਉਹ ਵੀ ਹੋਰ ਵਧੂਗੀ। ਟਾਂਗਰਾ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।